हाँ जी प्रगट सर सत श्री अकाल जी। सत श्री अकाल जी। बस वधिया सुनाओ, तुसीं सुनाओ जी। बस ठीक है जी। स्क्रीन शेयर करके देख लो ठीक प्लीज। आवाज आ रही? हाँ जी अच्छा आ रही जी। मैं एंट्री करता वा। नहीं रुक जाओ हले। नहीं तुसीं स्क्रीन शेयर करोगे, इन्होंने एंटर तक कराना पैना। स्क्रीन शेयर करन लगे। बार बार स्क्रीन शेयर कर लेंदा। अच्छा हाँ जी ठीक है जी। हाँ वेटिंग रूम मेरे स्क्रीन ਦੇ ਉੱਪਰ ਆ ਰਿਹਾ, ਇਹ कर सकता है ये मान लो बच्चे जी हट गया बाद हट भी आया तो पढ़ते हट फिर वो गया हट गया सर हट गया जी। कर लो शुरू सर तुसीं प्लीज। अच्छा जी। well I hope that people have entered the waiting room for this meeting. करिए सर शुरू। जी सर जी करो। गुड मॉर्निंग टू ऑल ऑफ यू। मैं प्रगट सिंह, ड्राफ्ट्समैन मैकेनिकल इंस्ट्रक्टर गवर्नमेंट मीरचंद ITI जलंधर। मैं आज बहुत ही इंटरेस्टिंग टॉपिक लैके ਤੁਹਾਡੇ ਸਨਮੁਖ ਪੇਸ਼ ਹੋਇਆ ਹਾਂ, ਜਿਸ ਦਾ ਵਿਸ਼ਾ ਹੈ ਥਿਊਰੀ ਆਫ ਕੋਆਰਡੀਨੇਟ ਡਾਇਮੈਂਸ਼ਨਿੰਗ। ਇਹ ਟੌਪਿਕ ITI ਦੀਆਂ ਸਾਰੀਆਂ ਇੰਜੀਨੀਅਰਿੰਗ ਟ੍ਰੇਡਸ ਲਈ ਬਹੁਤ ਹੀ ਲਾਹੇਵੰਦ ਹੈ। ਟੌਪਿਕ ਸ਼ੁਰੂ ਤੋਂ ਪਹਿਲਾਂ ਮੈਂ ਮਿਸ਼ਨ ਫਤਿਹ ਦੇ ਬਾਰੇ ਕੁਝ ਤੁਹਾਨੂੰ ਜਾਣਕਾਰੀ ਦਵਾਂਗਾ, ਜੋ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੋਰੋਨਾ ਵਾਇਰਸ ਤੇ ਜਿੱਤ ਪ੍ਰਾਪਤ ਕਰਨ ਲਈ ਚਲਾਈ ਹੈ। ਇਸ ਮਿਸ਼ਨ ਨੂੰ ਅਸੀਂ ਸਾਰਿਆਂ ਨੇ ਕਾਮਯਾਬ ਕਰ। ਇਹ ਜੋ ਵਾਇਰਸ ਹੈ ਇਹਨੇ ਸਾਰੀ ਦੁਨੀਆ ਤੇ ਮਚਾਈ ਹੈ। ਕੋਰੋਨਾ ਵਾਇਰਸ ਦੇ ਕੇਸਿਸ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਵਧਣ ਚਿੰਤਾ ਦਾ ਵਿਸ਼ਾ ਹੈ। ਇਸ ਦਾ ਸਿਰਫ ਇਲਾਜ ਦਾ ਨਹੀਂ ਵਰਤੋਂ ਬਿਮਾਰੀ ਲੱਛਣ ਹਨ ਕਿ ਇਸ ਨਾਲ ਤੇਜ਼ ਬੁਖਾਰ, ਜ਼ੁਕਾਮ, ਖਾਂਸੀ ਤੁਹਾਡੀ ਆਵਾਜ਼ ਜਿਹੜੀ ਨਾ ਕੱਟ ਕੱਟ ਕੇ ਆ ਰਹੀ ਹੈ, ਜਾਂ ਤਾਂ ਸਿਗਨਲ ਵੀਕ ਹੈ ਜਾਂ ਮਾਈਕ ਤੁਹਾਡਾ ਦੂਰ ਹੈ। ਮਾੜਾ ਜਿਹਾ ਦੇਖ ਲਓ ਜਿੱਥੇ ਸਿਗਨਲ ਆ, ਪਲੀਜ਼ ਉਧਰਲੀ ਸਾਈਡ ਤੇ ਚਲੇ ਜਾਓ। ਥੋੜੀ ਕੱਟ ਕੱਟ ਕੇ ਆਵਾਜ਼ ਆ ਰਹੀ ਹੈ। ਅੱਛਾ ਜੀ। ਸਾਨੂੰ ਬਹੁਤ ਜ਼ਿਆਦਾ ਭੀੜ ਵਾਲੀਆਂ ਥਾਵਾਂ ਤੇ ਨਹੀਂ ਜਾਣਾ ਚਾਹੀਦਾ। ਸਾਨੂੰ ਸੋਸ਼ਲ ਡਿਸਟੈਂਸਿੰਗ ਘੱਟ ਤੋਂ 2 ਗਜ ਦੀ ਦੂਰੀ ਰੱਖਣੀ ਚਾਹੀਦੀ। ਸਾਬਣ ਦੇ ਨਾਲ ਸਾਨੂੰ ਦੇ ਵਿੱਚ 4-5 ਵਾਰ ਹੱਥ ਧੋਣੇ ਚਾਹੀਦੇ ਹਨ। ਆਪਣੀਆਂ ਅੱਖਾਂ ਜਾਂ ਮੂੰਹ ਨੂੰ ਬਾਰ-ਬਾਰ ਛੂਹਣਾ ਨਹੀਂ ਚਾਹੀਦਾ। ਜੇ ਕੋਈ ਬਹੁਤ ਜ਼ਰੂਰੀ ਕੰਮ ਹੈ ਤਾਂ ਹੀ ਘਰ ਤੋਂ ਬਾਹਰ ਜਾਓ। ਛੋਟਿਆਂ ਅਤੇ ਨੂੰ ਇਸ ਤੋਂ ਜ਼ਿਆਦਾ ਖਤਰਾ ਹੈ, ਇਸ ਲਈ ਉਹਨਾਂ ਦਾ ਖਾਸ ਖਿਆਲ ਰੱਖੋ ਤੇ ਉਹਨਾਂ ਨੂੰ ਘਰ ਤੋਂ ਬਿਲਕੁਲ ਵੀ ਬਾਹਰ ਨਾ ਜਾਣ ਦਿਓ। ਇਹਨਾਂ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਹੀ ਅਸੀਂ ਮਿਸ਼ਨ ਫਤਿਹ ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਬਿਮਾਰੀ ਤੋਂ ਸਾਨੂੰ ਜਲਦੀ ਤੋਂ ਜਲਦੀ ਨਿਜਾਤ ਦਿਵਾਵੇ ਤੇ ਅਸੀਂ ਮੁੜ ਆਪਣੇ ਸੰਸਥਾਵਾਂ ਵਿੱਚ ਹਾਜ਼ਰ ਹੋ ਕੇ ਆਪਣੇ ਰੂਬਰੂ ਹੋਈਏ। ਹੁਣ ਮੈਂ ਆਪਣੇ ਟੌਪਿਕ ਤੇ ਆ ਰਿਹਾ। ਥਿਊਰੀ ਟੌਪਿਕ ਹੈਗਾ ਥਿਊਰੀ ਆਫ ਕੋਆਰਡੀਨੇਟ ਡਾਇਮੈਂਸ਼ਨਿੰਗ। In this session, we will discuss about introduction, dimensioning types of dimensioning, arrangement of dimensioning,
functional and non-functional dimensions, unit of dimensioning, important dimension rules. ਆਹ ਸਕਰੀਨ ਦੇ ਉੱਪਰ ਦੋ ਨਜ਼ਰ ਆ ਰਹੇ ਆ। ਇਹ ਕਿਊਬ ਹੈ ਸ਼ੇਪ ਚ ਬਣੇ ਆ। ਜੇ ਅਸੀਂ ਇਹਦੇ ਨਾਲ ਦਾ ਕੋਈ ਹੋਰ ਕਿਊਬ ਬਣਾਉਣਾ ਹੋਵੇ ਤੇ ਉਸ ਇਸ ਸ਼ੇਪ ਵਿੱਚ ਤਾਂ ਬਣ ਜਾਏਗਾ, ਪਰ ਉਹਦੇ ਸਾਈਜ਼ ਤੇ ਜੇ ਇਹਦੇ ਆਪਾਂ ਸਾਈਜ਼ ਤੇ ਹੋਣਗੇ, ਜਿਸ ਤਰ੍ਹਾਂ ਇਹ ਕਿਊਬ ਹੈ, ਇਹਦੀ ਲੰਬਾਈ, ਚੌੜਾਈ, ਉਚਾਈ ਦਿੱਤੀ ਗਈ ਹੈ। ਇਸ ਦੀ ਸਹਾਇਤਾ ਨਾਲ ਅਸੀਂ ਇਸ ਨਾਲ ਦੇ ਕਾਫੀ ਕਿਊਬ ਬਣਾ ਸਕਦੇ ਹਾਂ। ਪ੍ਰੋਡਕਸ਼ਨ ਵਿੱਚ ਉਹ ਸਾਰੇ ਸੇਮ ਸਾਈਜ਼ ਸੇਮ ਦੇ ਹੀ ਬਣਨਗੇ। A detailed drawing is expected to provide not only the complete shape description of the part, but also finished size description. This provided in the form of distance between the surfaces, location of holes, etc. Apart from this, other details like finish, material, etc. are also needed in case of production lines. These features are illustrated on the drawing by the use of lines, symbols, figures, and what's called dimensioning. Dimensioning requires engineering judgment and thorough knowledge of the axis and requirement of the production department. ये जो ड्राइंग है एक डिस्टिंग है, एक स्किल है जो कि प्रैक्टिस ਨਾਲ ਹੀ ਆਉਂਦਾ ਹੈ। और ਤਾਂ ਇਹ ਨਹੀਂ ਵੀ ਉਹ ਉਸ ਤੋਂ ਆਪਾਂ ਮਤਲਬ ਵੀ ਅੱਗੇ ਕੋਈ ਚੀਜ਼ ਬਣਾ ਸਕੀਏ ਜਿੰਨਾ ਚੱਕਰ ਉਹਦੀ ਪ੍ਰੋਪਰ ਡਾਈਮੈਂਸ਼ਨਿੰਗ ਨਾ ਦੇ। ਜੋ ਉਸ ਦੇ ਇੱਕ ਸਫ ਦੂਜੇ ਸਫ ਦੂਰੀ, ਉਹਦੇ ਹੋਲ, ਸਲੌਟ, ਲੰਬਾਈ, ਚੌੜਾਈ, ਉਚਾਈ, ਉਹਦੇ ਸਾਰੇ ਉਹਦੇ ਦਿੱਤੇ ਜਾਂਦੇ। ਉਹਦਾ ਮਟੀਰੀਅਲ ਕਿੰਨੀ, ਉਹਦੀ ਆਪਣੇ ਫਿਨਿਸ਼ ਦੇ ਸਿੰਬਲ, ਇਹ ਸਾਰੇ ਪ੍ਰੋਡਕਸ਼ਨ ਡਿਪਾਰਟਮੈਂਟ ਨੂੰ ਜੋ ਹੈ ਪ੍ਰਗਟ ਜੀ ਆਵਾਜ਼ ਬੰਦ ਹੋ ਗਈ ਤੁਹਾਡੀ। ਪ੍ਰਗਟ ਜੀ ਆਵਾਜ਼ ਬੰਦ ਹੋ ਗਈ ਤੁਹਾਡੀ। हेलो हेलो संजीव जी, आई आवाज नहीं? ਹਾਂ ਹੁਣ ਆ ਰਹੀ ਹੈ ਤੁਹਾਡੀ ਆਵਾਜ਼, ਤੇ ਮੇਰੇ ਖਿਆਲ ਤੁਸੀਂ ਹੈੱਡਫੋਨ ਲਾ ਲਓ, ਨਹੀਂ ਤਾਂ ਜੇ ਪ੍ਰੋਬਲਮ ਆ ਰਹੀ ਹੈ। ਅੱਛਾ ਜੀ। ਹਾਂ ਤੁਹਾਡੇ ਆਵਾਜ਼ ਕਲੀਅਰ ਹੀ ਨਹੀਂ ਆ ਰਹੀ ਹੈ, ਤੇ ਤੁਸੀਂ ਆਪਣਾ ਅੱਛਾ ਹੈੱਡਫੋਨ ਜੀ, ਲਾ ਲਓ, ਹੈੱਡਫੋਨ ਲਾ ਲਓ, ਠੀਕ ਹੈ ਜੀ, ਮਾਈਕ ਅੱਗੇ ਕਰ ਲਓ ਆਪਣੀ, ਠੀਕ ਹੈ ਜੀ। ਬਿਲਕੁਲ ਫੋਨ ਬਿਲਕੁਲ ਮੂੰਹ ਦੇ ਲਾਗੇ ਕਰ ਲਓ, ਠੀਕ ਹੈ। ਬੰਦ ਕਰ ਦੇ ਹੈੱਡਫੋਨ ਤੇ ਫੋਨ ਆਪਣਾ ਲੈਂਡਸਕੇਪ 'ਤੇ ਰੱਖੋ ਥੋੜਾ ਟੇਢਾ ਕਰਕੇ ਹੈ। ਅੱਛਾ ਜੀ, ਹੁਣ ਆ ਰਹੀ ਆਵਾਜ਼? ਹਾਂ ਬਿਲਕੁਲ ਸਹੀ ਆ ਰਹੀ ਹੁਣ ਆਵਾਜ਼, ਕਰੋ ਸ਼ੁਰੂ। Mentioning terms and notations. Extension line, dimension line, leader line, arrowheads. Extension line. These are thin continuous lines extending from points, lines, or surfaces to enable the dimensions to be placed outside the outline wherever possible.
To indicate the extent of a measurement given by dimension line, the extension line should be placed beyond the dimension line 3 mm beyond the dimension line. Extension line ਕੀ ਹੈ? ਇੱਕ thin continuous line ਹੈਗੀ ਹੈ ਜਿਹੜੀ ਆਬਜੈਕਟ ਤੋਂ ਬਾਹਰ ਤੋਂ ਸ਼ੁਰੂ ਕੀਤੀ ਜਾਂਦੀ ਹੈ ਔਰ ਇਹ ਆਬਜੈਕਟ ਤੋਂ 1 ਤੋਂ 1.5 ਮਿਲੀਮੀਟਰ ਛੱਡ ਕੇ ਸ਼ੁਰੂ ਕੀਤੀ ਜਾਂਦੀ ਹੈ ਔਰ ਐਰੋਹੈਡ ਤੋਂ 3 ਮਿਲੀਮੀਟਰ ਅੱਗੇ ਤੱਕ ਵਧਾਈ ਜਾਂਦੀ ਹੈ। Next, dimension line. Dimension line with its arrowhead show the direction and extent of a dimension. These are thin lines which are terminated at each end by an arrowhead. Wherever possible, these should be outside the outline of the object. A numerical value placed above dimension line. ਇਹਦੇ ਵਿੱਚ ਇਹ ਐਕਸਟੈਂਸ਼ਨ ਲਾਈਨ ਹੈਗੀ ਆ ਐਕਸਟੈਂਸ਼ਨ ਲਾਈਨ ਹੈਗੀ ਆ ਐਕਸਟੈਂਸ਼ਨ ਲਾਈਨ extension line के ऑब्जेक्ट शुरू की गई है और 3 तक बनाई गई है ऊपर डायमेंशन लाइन दे ऊपर प्लेस की जाती है लाइन सिस्टम ਵਿੱਚ और इलेक्ट्रिक सिस्टम ਕੱਟ ਕੇ ਰੱਖੀ ਜਾਂਦੀ ਹੈਗੀ ਹੈ डायमेंशन ये दोनों एड्स लगता है आगे लीडर लाइन और लीडर और पॉइंट लाइन तीन कंटिन्यूस लाइन और डायमेंशन while the dot is placed within the outline of the object. Leaders should not be curved or drawn freehand. Leaders are usually drawn at an angle between 30 degree and 60 degree to contrast with them. ਜਿਹੜੇ ਲੀਡਰ ਹੈਗੇ ਆ ਇਹ 30 ਡਿਗਰੀ ਤੇ 60 ਡਿਗਰੀ ਦੇ ਵਿੱਚ ਲਗਾਏ ਜਾਂਦੇ ਹੈਗੇ ਆ ਔਰ ਇਹਦੇ ਇੱਕ ਪਾਸੇ ਜੋ ਆਬਜੈਕਟ ਨੂੰ ਅੰਦਰ ਮਾਰਕ ਕੀਤਾ ਹੁੰਦਾ ਤੇ ਡਾਟ ਜਾਂ ਐਰੋ ਹੈਡ ਲਗਾਇਆ ਜਾਂਦਾ ਤੇ ਇਹਦੇ ਨਾਲ ਇੱਕ ਹੌਰੀਜ਼ੌਂਟਲ ਲਾਈਨ ਲਗਾ ਕੇ ਉਹਦੇ ਉੱਪਰ ਨੋਟ ਲਿਖਿਆ ਜਾਂਦਾ ਉਹ ਬਹੁਤ ਹੀ ਕਲੀਅਰ ਲਿਖਣਾ ਚਾਹੀਦਾ ਔਰ ਡਾਇਮੈਂਸ਼ਨ ਦੀ ਵੈਲਿਊ ਉਹ ਵੀ ਪੂਰੀ ਗਾਈਡਲਾਈਨਸ ਲਗਾ ਕੇ ਤੇ ਸੁੰਦਰ ਲਿਖਣੀ ਚਾਹੀਦੀ ਹੈ। ਇਹ ਜੋ ਲੀਡਰ ਹੈ ਇਹ 30 ਔਰ 60 ਡਿਗਰੀ ਦੇ ਵਿੱਚ ਹੀ ਲਗਾਏ ਜਾਂਦੇ ਹੈਗੇ ਔਰ ਇਹਨਾਂ ਨੂੰ ਕਦੀ ਵੀ ਕਰਵਡ ਨਹੀਂ ਲਗਾਇਆ ਜਾਂਦਾ ਇਹ ਸਿੱਧੀ ਹੀ ਇਨਕਲਾਈਨਡ ਲਾਈਨ ਦੇ ਨਾਲ ਹੀ ਲਗਾਏ ਜਾਂਦੇ ਹਨ। ਪ੍ਰਗਟ ਜੀ ਐਰੋਹੈਡ ਆਰ ਯੂਜ਼ਡ ਟੂ ਹਾਂਜੀ ਹਾਂਜੀ ਪ੍ਰਗਟ ਜੀ ਤੁਸੀਂ ਕਮਰੇ 'ਚ ਹਾਂਜੀ ਮੈਂ ਕਹਿੰਦਾ ਕਮਰੇ 'ਚ ਬਾਹਰ ਹੀ ਆ ਜਾਓ ਕਮਰੇ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਡਿਸਟਰਬ ਹੋ ਰਹੀ ਹੈ ਕਮਰੇ 'ਚ ਬਾਹਰ ਆ ਜਾਓ ਤੇ ਫਿਰ ਤੁਹਾਡਾ ਮੇਰੇ ਖਿਆਲ ਨੈਟਵਰਕ ਠੀਕ ਹੋ ਜਾਊਗਾ ਇਹ ਆਵਾਜ਼ ਬਹੁਤ ਕੱਟ ਰਹੀ ਸਾਰਿਆਂ ਦੇ ਮੈਸੇਜ ਆ ਰਹੇ ਆ ਵੀ ਆਵਾਜ਼ ਤੁਹਾਡੀ ਕਲੀਅਰ ਨਹੀਂ ਨਜ਼ਰ ਆ ਰਹੀ ਅੱਛਾ ਆ ਗਿਆ ਬਾਹਰ ਆ ਜਾਓ ਆ ਗਿਆ ਹੁਣ ਦੇਖੋ ਹੁਣ ਠੀਕ ਹੈ ਜੀ ਹਾਂ ਹੁਣ ਠੀਕ ਆ ਰਹੀ ਹੈ ਥੋੜੀ ਬਾਹਰ ਇੱਥੇ ਰਹੋ ਬਸ ਕੋਈ ਗੱਲ ਨਹੀਂ ਹੈ Arrowheads are used to terminate dimensions lines. These should be sharp, neat, and easily readable. The size of an arrowhead must be 3 times its spread. Adjacent arrowheads may be replaced by clearly marked dots, oblique dashes, where space is limited. देखो ये arrowhead है नीचे arrowhead बनया है जे arrowhead the width x हैगी है ते ओदी लंबाई ਜਿਹੜੀ 3x होगी जे मान लो arrowhead
ਦੀ width 5 ਮਿਲੀਮੀਟਰ ਹੈ ਤੇ ਉਹਦੀ ਜਿਹੜੀ ਸਪਰੈਡ ਹੈਗੀ ਆ ਉਹ 15 ਮਿਲੀਮੀਟਰ ਹੋ ਜਾਏਗੀ। ਜਿਹੜੇ ਐਰੋਹੈਡਸ ਹੈਗੇ ਆ ਇਹ ਬਹੁਤ ਹੀ ਸੁੰਦਰ ਹੋਣੇ ਚਾਹੀਦੇ ਆ। ਆਪਾਂ ਆਮ ਪ੍ਰੈਕਟਿਸ ਵਿੱਚ ਦੇਖਿਆ ਹੈਗਾ ਜਿਹੜੇ ਐਰੋਹੈਡਸ ਹੈਗੇ ਆ ਉਹ ਬੱਚੇ ਠੀਕ ਨਹੀਂ ਲਗਾਉਂਦੇ। may be replaced by clearly marked dots where space is limited। ਜਿੱਥੇ ਜਗ੍ਹਾ ਘੱਟ ਹੋਵੇ ਉੱਥੇ ਅਸੀਂ ਐਰੋਹੈਡ ਨਹੀਂ ਲਗਾਈਦਾ, ਉਹਦੀ ਜਗ੍ਹਾ ਤੇ ਆਪਾਂ ਡਾਟਸ ਲਗਾ ਦਿੱਤੇ ਜਾਂਦੇ ਆ ਤੇ ਜਾਂ ਆਪਾਂ 45 ਡਿਗਰੀ ਤੇ ਸ਼ਾਰਟ ਡੈਸ਼ ਲਗਾ ਦਿੱਤੀ ਜਾਂਦੀ ਹੈ। The origin the drawn circle approximate 3 mm diameter। ਜਿਹੜਾ ਆਪਾਂ ਲਾਈਨ ਇਨਕਲਾਈਨਡ ਲਗਾਈ 45 ਡਿਗਰੀ ਤੇ ਲਗਾਈ ਜਾਂਦੀ ਹੈ ਔਰ ਜੋ ਡਾਟ ਹੁੰਦਾ ਉਹ 3 mm ਡਾਇਮੀਟਰ ਦਾ ਲਗਾਇਆ ਜਾਂਦਾ ਜਿੱਥੇ ਸਪੇਸ ਲਿਮਿਟਡ ਹੁੰਦੀ ਹੈ ਔਰ ਐਰੋਹੈਡ ਜਿਹੜੇ ਆਪਾਂ ਰਿਪਲੇਸ ਕਰ ਦਿੰਦੇ ਹੈਗੇ। ਦੇਖੋ ਜਿਹੜੇ ਕਰੈਕਟ ਐਰੋਹੈਡ ਦੀ ਫਾਰਮੇਸ਼ਨ ਹੈਗੀ ਆ ਉਹ ਇੱਥੇ ਦਿਖਾਈ ਗਈ ਹੈ। ਜਿਹੜੇ ਇੱਕ ਤੇ ਆ ਐਰੋਹੈਡ ਹੈ 15 ਡਿਗਰੀ ਤੋਂ 90 ਡਿਗਰੀ ਤੱਕ ਜਿਹੜੀ ਐਰੋਹੈਡ ਦੇ ਲਾਈਨਸ ਹੈਗੀਆਂ ਉਹ ਲਗਾਈਆਂ ਜਾਂਦੀਆਂ ਹੈਗੀਆਂ ਤੇ ਇਹ ਜਿਹੜਾ ਐਰੋਹੈਡ ਹੈ ਓਪਨ ਐਰੋਹੈਡ ਹੈ। ਜਿਹੜਾ ਸੈਕਿੰਡ ਵਾਲਾ ਹੈਗਾ ਇਹ ਕਲੋਜ਼ਡ ਹੈਗਾ ਤੇ ਇਹ ਤੀਸਰਾ ਜਿਹੜਾ ਕਲੋਜ਼ਡ ਐਂਡ ਫਿਲਡ ਹੈਗਾ ਐਰੋਹੈਡ। ਤੇ ਜਿਹੜੇ ਇਨਕਰੈਕਟ ਐਰੋਹੈਡਸ ਹੈਗੇ ਆ ਕਈ ਵਾਰ ਬੱਚੇ ਆਪਾਂ ਦੇਖਿਆ ਪੇਪਰਾਂ ਦੇ ਵਿੱਚ ਡਿਊਟੀ ਹੁੰਦੀ ਹੈ ਦੇਖਿਆ ਬੱਚੇ ਐਰੋਹੈਡ ਇਸ ਤਰ੍ਹਾਂ ਦੇ ਲਗਾਏ ਹੁੰਦੇ ਆ ਔਰ ਕਈ ਵਾਰ ਬੱਚੇ ਐਰੋਹੈਡ ਇੰਨੇ ਵੱਡੇ ਲਗਾਉਂਦੇ ਆ ਕਈ ਡਰਾਇੰਗ ਤਾਂ ਨਜ਼ਰ ਨਹੀਂ ਆਉਂਦੀ ਉਹਨਾਂ ਦੇ ਐਰੋਹੈਡ ਹੀ ਜ਼ਿਆਦਾ ਨਜ਼ਰ ਆਉਂਦੇ ਹੈਗੇ ਆ। ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਐਰੋਹੈਡਸ ਆ ਇਹਨਾਂ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ ਹੈਗਾ। ਇਸ ਤਰ੍ਹਾਂ ਦੇ ਐਰੋਹੈਡ ਨਹੀਂ ਲਗਾਉਣੇ ਚਾਹੀਦੇ। ਅੱਗੇ ਆ ਗਿਆ ਜੀ ਟਾਈਪਸ ਆਫ ਡਾਇਮੈਂਸ਼ਨਿੰਗ। ਦੇਖੋ ਬੱਚੇ ਆਪਾਂ ਕਨਫਿਊਜ਼ ਹੋ ਜਾਂਦੇ ਜੀ ਟਾਈਪਸ ਔਰ ਸਿਸਟਮ ਦੇ ਵਿੱਚ ਕਨਫਿਊਜ਼ ਹੋ ਜਾਂਦਾ ਹੈਗਾ ਕਿ ਟਾਈਪਸ ਕੀ ਹੈ ਤੇ ਸਿਸਟਮ ਕੀ ਹੈਗਾ ਡਾਇਮੈਂਸ਼ਨਿੰਗ ਦਾ। ਟਾਈਪਸ ਜਿਹੜੀਆਂ ਹੈਗੀਆਂ ਉਹ ਸਿਰਫ ਦੋ ਹੀ ਟਾਈਪਸ ਹੈਗੀਆਂ ਇਹਦੀਆਂ। ਇੱਕ ਹੈਗੀ ਸਾਈਜ਼ ਡਾਇਮੈਂਸ਼ਨ ਤੇ ਇੱਕ ਸੈਕਿੰਡ ਹੈ ਲੋਕੇਸ਼ਨ ਡਾਇਮੈਂਸ਼ਨ। ਸਾਈਜ਼ ਡਾਇਮੈਂਸ਼ਨ ਚ ਕੀ ਹੈ? ਸਾਈਜ਼ ਡਾਇਮੈਂਸ਼ਨ give the size of a piece or component, part, whole or slot. Size dimensions are represented by the term S। ਜਿਹੜੀ ਸਾਈਜ਼ ਡਾਇਮੈਂਸ਼ਨ ਹੈਗੀ ਆ ਉਹ S ਦੇ ਨਾਲ ਦਰਸਾਈ ਜਾਂਦੀ ਹੈ। ਇਹ ਫਿਗਰ ਹੈ ਇਹਦੇ ਵਿੱਚ ਸਾਈਜ਼ ਡਾਇਮੈਂਸ਼ਨ ਦਿੱਤੀ ਗਈ ਹੈ। ਇੱਥੇ ਇਹਦੀ ਲੰਬਾਈ ਪੀਸ ਦੀ, ਉਹਦੀ ਚੌੜਾਈ ਤੇ ਉਹਦੀ ਉਚਾਈ, ਜਿੱਦਾਂ ਇਹਦੇ ਨਾਮ ਤੋਂ ਹੀ ਕਲੀਅਰ ਹੈ ਸਾਈਜ਼, ਉਹਦਾ ਸਾਈਜ਼ ਲੰਬਾਈ ਚੌੜਾਈ ਉਚਾਈ। ਜਿੱਦਾਂ M10 ਦੀ ਚੂੜੀ ਹੈਗੀ ਹੈ, ਟੈਡਿੰਗ ਹੈਗੀ ਹੈ ਉਹ ਦਿਖਾਈ ਗਈ ਹੈ ਔਰ ਡਾਇਆ ਹੋਲ ਦਾ ਡਾਇਆ 10 ਹੈਗਾ ਉਹ ਸਾਈਜ਼ ਹੈਗਾ। ਇਹ ਸਲॉट ਹੈਗੀ ਹੈ, ਇਹ ਸਭ ਸਾਈਜ਼ ਹੀ ਹਨ। ਸੈਕਿੰਡ ਹੈ ਲੋਕੇਸ਼ਨ ਡਾਇਮੈਂਸ਼ਨ। ਲੋਕੇਸ਼ਨ ਡਾਇਮੈਂਸ਼ਨ fix the relationship of the component, parts, holes, slots, projections and other significant forms of a piece of structure. Location dimensions may be from center to center, surface to surface or surface to center. Location dimensions are represented by letter L। ਆ ਫਿਗਰ ਦੇ ਵਿੱਚ ਦੇਖੋ ਇੱਕ ਸਾਈਡ ਤੋਂ ਸੈਂਟਰ ਦੀ ਲੋਕੇਸ਼ਨ और सेंटर तो स्लॉट और होल की लोकेशन दिखाई गई है। लोकेशन डायमेंशन जी है ये अपर ड्राइंग दे विच जो भी होल स्लॉट हैगा ओदी पोजीशन दिखाने वास्ते वरती जाती है। अगे आ गया टाइप्स ऑफ डायमेंशनिंग सिस्टम। ਡਾਇਮੈਂਸ਼ਨਿੰਗ ਸਿਸਟਮ ਕੀ ਆ? ਦੋ ਤਰ੍ਹਾਂ ਦੇ ਸਿਸਟਮ ਹੈਗੇ ਆ, ਇੱਕ ਹੈ ਅਲਾਈਨਡ ਸਿਸਟਮ ਤੇ ਦੂਜਾ ਹੈ ਯੂਨੀਡਾਇਰੈਕਸ਼ਨਲ ਸਿਸਟਮ। ਅਲਾਈਨਡ ਸਿਸਟਮ in this type of dimensioning system dimensions are placed above the dimension line which are drawn without any break and written parallel to them that they may be read from the bottom or right side of the drawing sheet. Dimensions are placed in the middle and on top of the dimension line.
ਇਹਦੇ ਵਿੱਚ ਕੀ ਹੈ ਜੀ, ਜਿਹੜੀ ਡਾਇਮੈਂਸ਼ਨ ਹੈ ਉਹ ਆਪਾਂ ਡਾਇਮੈਂਸ਼ਨ ਲਾਈਨ ਦੇ ਉੱਪਰ ਲਿਖਣੀ ਹੈ ਔਰ ਸੈਂਟਰ ਦੇ ਵਿੱਚ ਲਿਖਣੀ ਹੈ ਲਾਈਨ ਸਿਸਟਮ ਦੇ ਵਿੱਚ। ਔਰ ਜਿਹੜੀ ਕਈ ਵਾਰ ਦੇਖਿਆ ਹੈਗਾ ਬੱਚੇ ਲਾਈਨ ਤੋਂ ਨੀਚੇ ਲਿਖਦੇ ਨੇ ਡਾਇਮੈਂਸ਼ਨ, ਉਹ ਗਲਤ ਹੈ। ਜਾਂ ਸਾਈਡ ਵਾਲੀ ਡਾਇਮੈਂਸ਼ਨ ਜਿਹੜੀ ਆਪਾਂ ਰਾਈਟ ਤੋਂ ਦੇਖਣੀ ਹੈਗੀ ਆ, ਉਹ ਲਾਈਨ ਦੇ ਵਰਟੀਕਲ ਲਾਈਨ ਦੇ ਨੀਚੇ ਡਾਇਮੈਂਸ਼ਨ ਲਿਖਦੇ ਹੈਗੇ ਆ, ਦੈਟ ਇਜ਼ ਰੋਂਗ। ਜੋ ਡਾਇਮੈਂਸ਼ਨ ਹੈ, ਇਹ ਜਿਹੜੀ ਡਰਾਇੰਗ ਹੈਗੀ ਹੈ ਅਲਾਈਨ ਸਿਸਟਮ ਹੈਗਾ, ਇਹਦੇ ਵਿੱਚ ਅਸੀਂ ਬਾਟਮ ਤੋਂ ਤੇ ਰਾਈਟ ਹੈਂਡ ਸਾਈਡ ਤੋਂ ਡਰਾਇੰਗ ਨੂੰ ਰੀਡ ਕਰਦੇ ਹੈਗੇ ਆ। ਦੂਜਾ ਸਿਸਟਮ ਹੈ ਯੂਨੀ ਡਾਇਰੈਕਸ਼ਨਲ ਸਿਸਟਮ। In this type of dimensioning system, dimensions are placed in such a way that they can be read from the bottom edge of the drawing sheet. Dimensions are inserted by breaking the dimension line at the middle. The system may be used with advantages on large drawing. ਇਸ ਸਿਸਟਮ ਦੇ ਵਿੱਚ ਕੀ ਹੈ, ਜਿਹੜੀ ਡਾਇਮੈਂਸ਼ਨ ਹੈਗੀ ਹੈ ਉਹ ਡਾਇਮੈਂਸ਼ਨ ਲਾਈਨ ਨੂੰ ਸੈਂਟਰ ਤੋਂ ਕੱਟ ਕੇ ਉਹਦੇ ਵਿਚਕਾਰ ਲਿਖੀ ਜਾਂਦੀ ਹੈ, ਔਰ ਵਰਟੀਕਲ ਵੀ ਜਿਹੜੀ ਡਾਇਮੈਂਸ਼ਨ ਹੈਗੀ ਆ ਉਹ ਵੀ ਲਾਈਨ ਡਾਇਮੈਂਸ਼ਨ ਲਾਈਨ ਨੂੰ ਕੱਟ ਕੇ ਲਿਖੀ ਜਾਂਦੀ ਹੈ। ਇਹਦੇ ਵਿੱਚ ਕੀ ਕਰਦੇ ਆ ਸਟੂਡੈਂਟਸ, ਕਈ ਕਰਦੇ ਆ ਲਾਈਨ ਨੂੰ ਕੱਟਦੇ ਨਹੀਂ ਹੈਗੇ ਵਰਟੀਕਲ ਵਿੱਚ, ਉਹ ਇੱਕ ਡਿਜਿਟ ਇੱਧਰ ਪਾਉਂਦੇ ਆ ਲਾਈਨ ਦੇ, ਇੱਕ ਡਿਜਿਟ ਦੂਜੇ ਪਾਸੇ ਪਾਉਂਦੇ ਆ, ਦੈਟ ਇਜ਼ ਰੋਂਗ। ਇਹ ਜਿਹੜਾ ਸਿਸਟਮ ਹੈਗਾ ਆ, ਇਹਦੇ ਵਿੱਚ ਡਰਾਇੰਗ ਜਿਹੜੀ ਹੈ ਇਹ ਬਾਟਮ ਤੋਂ ਹੀ ਪੜ੍ਹੀ ਜਾਂਦੀ ਹੈ, ਔਰ ਇਹ ਸਿਸਟਮ ਜਿਹੜੀਆਂ ਲਾਰਜ ਡਰਾਇੰਗ ਹੈਗੀਆਂ ਉਹਨਾਂ ਵਾਸਤੇ ਐਪਲੀਕੇਬਲ ਹੈ। ਆਮ ਕਰਕੇ ਅਸੀਂ ਜਨਰਲੀ ਅਲਾਈਨ ਸਿਸਟਮ ਹੀ ਯੂਜ਼ ਕਰਦੇ ਹਾਂ, ਯੂਨਿਟ ਡਾਇਰੈਕਸ਼ਨ ਸਿਸਟਮ ਨੂੰ ਘੱਟ ਯੂਜ਼ ਕਰਦੇ ਹਾਂ। ਅੱਗੇ ਆ ਗਏ ਜੀ ਅਰੇਂਜਮੈਂਟ ਆਫ ਡਾਇਮੈਂਸ਼ਨਿੰਗ। ਡਾਇਮੈਂਸ਼ਨਿੰਗ ਦੇ ਚਲੋ ਸਾਨੂੰ ਟਾਈਪਸ ਵੀ ਪਤਾ ਲੱਗ ਗਈਆਂ, ਸਿਸਟਮ ਵੀ ਪਤਾ ਲੱਗ ਗਏ, ਹੁਣ ਅਰੇਂਜਮੈਂਟ ਹੋ ਗਿਆ ਵੀ ਅਸੀਂ ਕਿਸ ਤਰ੍ਹਾਂ ਡਾਇਮੈਂਸ਼ਨਾਂ ਨੂੰ ਆਪਾਂ ਡਰਾਇੰਗ ਦੇ ਉੱਪਰ ਪਲੇਸ ਕਰਨਾ ਹੈਗਾ। ਇਹ ਹੈਗੇ ਆ ਚੇਨ ਡਾਇਮੈਂਸ਼ਨਿੰਗ, ਪੈਰਲਲ ਡਾਇਮੈਂਸ਼ਨਿੰਗ, ਕੰਬਾਈਨਡ ਡਾਇਮੈਂਸ਼ਨਿੰਗ, progressive dimensioning, dimensioning by coordinate, equidistance dimensioning. Chain dimensioning. पहला है chain dimensioning. In this method of drawing, a series of adjacent dimensions are arranged in one horizontal row. This dimensioning is used when tolerance accumulated on each of the chain dimension does not affect the functional requirement of the part. देखो चेन तो भाव है जिदा संगली होंगी चेन इको ही लाइन दे विच, इहदे विच आपां एक ही लाइन दे विच सारियां डायमेंशनस देनियां हैगियां, और जिहड़ी डायमेंशनस हैगियां जदों आपां उहनूं इकट्ठियां करना हैगा, सारियां डायमेंशन नूं टोटल करना हैगा, अकमुलेट करनी है, उदों उहदी टॉलरेंस दित्ती होई किसी डायमेंशन के उपर कोई फंक्शनल पार्ट हैगा उहदे ते कोई इफेक्ट नहीं होना चाहिए चेन डायमेंशनिंग दे विच। नेक्स्ट है पैरेलल डायमेंशनिंग। व्हेन नंबर ऑफ डायमेंशंस आर मेजर्ड इन द सेम डायरेक्शन फ्रॉम ए कॉमन सरफेस और लाइन, द मेथड ऑफ इंडिकेटिंग ऑल द डायमेंशंस फ्रॉम द सेम फीचर इज कॉल्ड पैरेलल डायमेंशनिंग। ਇਹਦੇ ਵਿੱਚ ਕੀ ਆ, ਪੈਰਲਲ ਡਾਇਮੈਂਸ਼ਨਿੰਗ ਦਿੱਤੀ ਹੁੰਦੀ ਹੈ, ਇੱਕ ਡਾਇਮੈਂਸ਼ਨ ਤੋਂ ਬਾਅਦ ਦੂਸਰੀ ਡਾਇਮੈਂਸ਼ਨ, ਫਿਰ ਤੀਸਰੀ ਡਾਇਮੈਂਸ਼ਨ। ਇੱਕ ਡਾਟਾ ਬਿੰਦੂ ਉਹਨੇ ਚੁਣ ਲਿਆ ਹੈਗਾ, ਉਹਦੇ ਤੋਂ ਡਾਇਮੈਂਸ਼ਨਸ ਦਿੱਤੀਆਂ ਹੈਗੀਆਂ ਪੈਰਲਲ। ਜਿਹੜੀ ਪੈਰਲਲ ਡਾਇਮੈਂਸ਼ਨਿੰਗ ਹੈਗੀ ਹੈ, ਦੇਖੋ ਕੋਈ ਵੀ ਡਾਇਮੈਂਸ਼ਨ ਜਦੋਂ ਆਪਾਂ ਦੇਣੀ ਹੈਗੀ ਹੈ, ਸਟਾਰਟ ਕਰਨੀ ਹੈ, ਉਹ ਆਬਜੈਕਟ ਤੋਂ ਫਸਟ ਡਾਇਮੈਂਸ਼ਨ ਜਿਹੜੀ ਹੈਗੀ ਆ ਉਹ 10 ਤੋਂ 12 ਮਿਲੀਮੀਟਰ ਛੱਡ ਕੇ ਦੇਣੀ ਹੈਗੀ, ਔਰ ਜੋ ਇੱਕ ਡਾਇਮੈਂਸ਼ਨ ਪੈਰਲਲ ਡਾਇਮੈਂਸ਼ਨ ਦਾ ਦੂਜੀ ਤੋਂ ਡਿਫਰੈਂਸ ਹੈ ਉਹ ਘੱਟੋ ਘੱਟ 8 ਤੋਂ 10 ਮਿਲੀਮੀਟਰ ਹੋਣਾ ਚਾਹੀਦਾ ਹੈ। ਅੱਗੇ ਆ ਗਿਆ ਕੰਬਾਈਨਡ ਡਾਇਮੈਂਸ਼ਨਿੰਗ। In this method of dimensioning, both the chain and parallel dimensions are used in the same drawing. ਇਹਦੇ ਵਿੱਚ ਦੇਖੋ ਕੰਬਾਈਨਡ ਡਾਇਮੈਂਸ਼ਨ ਦੇ ਵਿੱਚ ਚੇਨ ਔਰ ਪੈਰਲਲ ਦੋਨਾਂ ਦਾ ਹੀ ਮਿਸ਼ਰਣ ਹੈਗਾ ਇਹ, ਇਹਦੇ ਵਿੱਚ चेन और पैरेलल दोनों ही डिमेंशन दी गई हैं। नेक्स्ट आ गया प्रोग्रेसिव डायमेंशनिंग। दिस मेथड इज adopted when dimensions has to be established from a particular datum. The overall dimensions are placed outside the smaller dimensions. This dimension is showed by the common reference line.
ਇਹਦੇ ਵਿੱਚ ਕੀ ਹੈ, ਇੱਕ ਇਹਦੇ ਵਿੱਚ ਇੱਕ ਡਾਟਾ ਬਿੰਦੂ ਚੁਣ ਲਿਆ ਔਰ ਇੱਕ ਸੇਮ ਲਾਈਨ ਤੇ ਹੀ ਡਾਇਮੈਂਸ਼ਨਾਂ ਦਿੱਤੀਆਂ ਗਈਆਂ ਹੈਗੀਆਂ। ਔਰ ਇਹ ਜਿਹੜੀਆਂ ਡਾਇਮੈਂਸ਼ਨਸ ਹੁੰਦੀਆਂ ਆ ਉਹ ਇੱਕ ਡਾਇਮੈਂਸ਼ਨ ਤੋਂ ਜੋ 15 ਡਾਇਮੈਂਸ਼ਨ ਹੈਗੀ ਆ ਤੇ ਨੈਕਸਟ ਡਾਇਮੈਂਸ਼ਨ ਜਿਹੜੀ ਉੱਥੋਂ ਹੀ ਰੈਫਰੈਂਸ ਤੋਂ ਹੁੰਦੀ ਆ ਪਰ ਲਿਖੀ ਉਹ ਪੂਰੀ ਜਾਂਦੀ ਹੈ। ਇਹ ਦੇਖੋ ਪ੍ਰੋਗਰੈਸਿਵ ਡਾਇਮੈਂਸ਼ਨਿੰਗ ਯੂਜ਼ਿੰਗ ओरिजिन, ਇਹਨਾਂ ਨੇ ਇੱਕ ओरिजिन ਦੇ ਦਿੱਤਾ ਇੱਧਰ 0, ਉਸ ਤੋਂ 15 30 50 65 90 105 120 ਇਹ 0 ਰੈਫਰੈਂਸ ਤੋਂ ਸਾਰੀਆਂ ਡਾਇਮੈਂਸ਼ਨਸ ਚੱਲ ਰਹੀਆਂ ਹੈਗੀਆਂ। ਪਹਿਲੀ ਡਾਇਮੈਂਸ਼ਨ 0 ਤੋਂ 15 ਹੈਗੀ ਹੈ, ਦੂਸਰੀ 30 ਹੈਗੀ ਹੈ, ਤੀਸਰੀ 0 ਤੋਂ ਹੀ 50 ਹੈ, 65 ਹੈਗੀ ਹੈ, ਨੈਕਸਟ ਇਹਦਾ ਸੋ ਔਨ ਇਸ ਤਰ੍ਹਾਂ ਡਾਇਮੈਂਸ਼ਨਸ ਹੈਗੀਆਂ। ਨੈਕਸਟ ਹੈ coordinate dimension using coordinate। parallel dimensioning, progress dimensioning using origin for coordinate। ਇਹਦੇ ਵਿੱਚ ਇੱਕ ਆਪਾਂ 0 0 ਲੈ ਲਿਆ ਕਾਰਨਰ ਤੇ, ਉੱਥੋਂ ਆਪਾਂ horizontal और vertical dimensions ਹੋਲ ਦੀਆਂ ਸਾਰੀਆਂ ਦਿਖਾਤੀਆਂ ਹੈਗੀਆਂ। ਔਰ ਇਹ ਵੀ ਉਸੇ ਤਰ੍ਹਾਂ 0 ਤੋਂ ਫਸਟ ਡਾਇਮੈਂਸ਼ਨ 30 ਹੈਗੀ ਹੈ, ਫਿਰ 60 ਹੈਗੀ, 90 ਹੈ, 120 160 ਹੈਗੀ। ਨੈਕਸਟ ਡਾਇਮੈਂਸ਼ਨ ਹੈ ਡਾਇਮੈਂਸ਼ਨਿੰਗ ਬਾਈ ਕੋਆਰਡੀਨੇਟ। ਕੋਆਰਡੀਨੇਟ ਕੀ ਹੈ, ਇਹਦੇ ਵਿੱਚ ਆਪਾਂ ਇੱਕ ਸਤ੍ਹਾ ਚੁਣ ਲਈ, ਉੱਤੇ XY ਮਾਰਕ ਕਰ ਲਿਆ ਆਪਾਂ। ਇੱਕ ਇਹ ਜਦੋਂ ਕੋਈ ਜ਼ਿਆਦਾ ਹੋਲਸ ਹੁੰਦੇ ਆ ਵੱਖ-ਵੱਖ ਡਾਇਮੀਟਰ ਦੇ, ਉੱਥੇ ਆਪਾਂ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਇਸ ਵਿੱਚ ਪਹਿਲਾ ਹੋਲ ਹੈ X ਡਾਇਰੈਕਸ਼ਨ ਵਿੱਚ 20 ਹੈ ਔਰ Y ਡਾਇਰੈਕਸ਼ਨ 'ਚ ਉਹ 160 है और ਉਹਦਾ डायमीटर 15 है। सेकंड होल जो है वो 20 डिस्टेंस पे है और 20 X भी 20 है और Y भी 20 है डायमेंशन, और 15 डाई का होल है। इस तरह 3rd 4 5 इस तरह होल से डिस्टेंस XY तो कोऑर्डिनेट को दे के ਤੇ ਅਸੀਂ ਉਹਦੀ ਡਾਇਮੈਂਸ਼ਨ ਦੇ ਦਿੰਦੇ ਹਾਂ। ਇਸ ਡਾਇਮੈਂਸ਼ਨ ਦਾ ਫਾਇਦਾ ਇਹ ਹੈ ਕਿ ਡਰਾਇੰਗ ਦੇ ਵਿੱਚ ਜ਼ਿਆਦਾ ਰਸ਼ ਨਹੀਂ ਪੈਂਦਾ, ਜਿਹਦਾ ਡਾਇਮੈਂਸ਼ਨ ਲਾਈਨ ਐਕਸਟੈਂਸ਼ਨ ਲਾਈਨਸ ਦਾ ਬਹੁਤ ਜ਼ਿਆਦਾ ਵਿੱਚ ਰਸ਼ ਪੈ ਜਾਏਗਾ। ਇਕੁਈ ਡਿਸਟੈਂਸ ਡਾਇਮੈਂਸ਼ਨਿੰਗ, ਇਹਦੇ ਵਿੱਚ ਕੀ ਹੈ, ਜਦੋਂ ਡਿਸਟੈਂਸ ਸਾਰਾ ਇੱਕ ਹੋਵੇ ਔਰ ਹੋਲ ਦੇ ਸਾਈਜ਼ ਵੀ ਇੱਕ ਹੋਣ ਤੇ ਉਦੋਂ ਇਹ ਇਕੁਈ ਡਿਸਟੈਂਸ ਡਾਇਮੈਂਸ਼ਨਿੰਗ ਯੂਜ਼ ਕੀਤੀ ਜਾਂਦੀ ਹੈ। The dimensioning simplified by giving the product of the number of a spacing and the dimension value. A point is said to be equidistant from a set of objects if the distance becomes that point and each object in the set are equal। देखो ਇਹਦੇ ਵਿੱਚ ਕੀ ਹੈ, ਆਪਾਂ ਜੋ ਡਾਇਮੈਂਸ਼ਨ ਹੈ ਫਸਟ ਜਿਹੜਾ ਹੈਗਾ ਰੈਫਰੈਂਸ ਤੋਂ 15 mm ਡਾਇਮੈਂਸ਼ਨ ਦਿੱਤੀ ਹੈਗੀ ਆ, ਉਸ ਤੋਂ ਅੱਗੇ ਹੋਲਸ ਦਾ ਡਿਸਟੈਂਸ 14 ਹੈਗਾ। ਇਹ ਸਾਰੇ ਡਿਸਟੈਂਸ 14 ਹੈਗੇ ਆ, ਇਸ ਕਰਕੇ ਆਪਾਂ 5 × 14 5 ਹੋਲ ਦਾ 5 ਡਿਸਟੈਂਸ ਬਣ ਗਏ 1 2 3 4 5 × 14 = 70 ਮਿਲੀਮੀਟਰ ਸੈਂਟਰ ਤੋਂ ਪਹਿਲੇ ਸੈਂਟਰ ਤੋਂ ਲਾਸਟ ਸੈਂਟਰ ਤੱਕ ਡਾਇਮੈਂਸ਼ਨ ਹੋ ਗਈ। ਔਰ ਇਹਦੇ 6 ਹੋਲਸ ਹੈਗੇ ਆ ਔਰ ਇੱਕੋ ਹੀ ਡਾਈ ਦੇ ਆ, ਆਪਾਂ 6 × ਡਾਇਆ 6 ਦੇ ਹੋਲ ਆ ਗਏ, 6 ਹੋਲ ਆ ਗਏ। ਇਹ ਸਾਰੀਆਂ ਆ ਗਏ ਸਾਡੀਆਂ ਸਿਸਟਮ ਆਫ ਡਾਇਮੈਂਸ਼ਨਿੰਗ। ਅੱਗੇ ਆ ਗਿਆ ਫੰਕਸ਼ਨਲ ਐਂਡ ਨਾਨ ਫੰਕਸ਼ਨਲ ਡਾਇਮੈਂਸ਼ਨਸ। ਇਹਦੇ ਵਿੱਚ ਕੀ ਹੈ, ਡਰਾਇੰਗ ਜਿਹੜੀ ਹੈਗੀ ਆ ਉਹਦੇ ਵਿੱਚ ਕਈ ਡਾਇਮੈਂਸ਼ਨਸ ਸਾਡੀਆਂ ਫੰਕਸ਼ਨਲ ਹੁੰਦੀਆਂ ਜਿਹਨੇ ਕਿਤੇ ਜਾ ਕੇ ਅਸੈਂਬਲੀ ਦੇ ਵਿੱਚ ਫਿੱਟ ਹੋਣਾ, ਔਰ ਕਈ ਨਾਨ ਫੰਕਸ਼ਨਲ ਹੁੰਦੀਆਂ ਜਿਹਨਾਂ ਦਾ ਕੋਈ ਵੱਧ ਘੱਟ ਵੀ ਥੋੜੀ ਹੋ ਜਾਣ ਤੇ ਉਹਦਾ ਕੋਈ ਫਰਕ ਨਹੀਂ ਪੈਂਦਾ ਅਸੈਂਬਲੀ ਦੇ ਉੱਪਰ। Functional dimensioning, it is a dimension which is essential to the function of a component or space। Non-functional dimensions, it is a dimension that is not essential to the function of a component or space। देखो नीचे एक फिगर हैगी है, डिजाइन रिक्वायरमेंट साडी ये हैगी है, ਉਹਦੇ ਵਿੱਚ ਕੀ ਹੈ, ਇੱਕ ਆਪਾਂ ਸ਼ੋਲਡਰ ਸਕਰੂ ਦੇ ਨਾਲ ਇੱਕ ਆਪਾਂ ਪੀਸ ਫਿੱਟ ਕੀਤਾ ਗਿਆ ਹੈਗਾ। ਉਹਦੇ ਵਿੱਚ ਕੀ ਹੈ, ਪਹਿਲੇ ਆਪਾਂ ਦੇਖੋ ਆਪਾਂ ਕਿ ਥ੍ਰੈਡਡ ਹੋਲ ਆ ਗਿਆ, ਥ੍ਰੈਡਡ ਹੋਲ ਆ ਗਿਆ। ਇਹਦੇ ਵਿੱਚ ਜਿਹੜੀ ਸਾਡੀ ਚੂੜੀ ਦੀ ਡੈਪਥ ਹੈਗੀ ਆ ਉਹ ਫੰਕਸ਼ਨਲ ਹੈਗੀ ਆ, ਔਰ ਇੱਧਰ ਆਪਾਂ ਫੰਕਸ਼ਨਲ ਦੇ ਦਿੱਤੀ ਡਾਇਮੈਂਸ਼ਨ। ਫੰਕਸ਼ਨਲ
और ਜਿਹੜੀ ਆਪਾਂ ਚੂੜੀ ਵਾਸਤੇ ਹੋਲ ਪਾਇਆ ਹੈਗਾ ਉਹ ਨਾਨ ਫੰਕਸ਼ਨਲ ਹੈਗਾ। ਨਾਨ ਫੰਕਸ਼ਨਲ ਹੈ ਉਹ, ਜਿਹੜਾ ਆਪਾਂ ਡਰਿਲ ਮਾਰਿਆ ਉਹਦੇ ਵਿੱਚ ਉਹਦਾ ਕੋਈ ਮਤਲਬ ਵੀ ਜੇ ਥੋੜਾ ਘੱਟ ਵੱਧ ਵੀ ਵੱਜੇ ਤੇ ਉਹਦਾ ਕੋਈ ਅਸੈਂਬਲੀ ਨਾਲ ਮਤਲਬ ਨਹੀਂ, ਨਾਨ ਫੰਕਸ਼ਨਲ ਡਾਇਮੈਂਸ਼ਨ ਹੋ ਗਈ। ਇਸ ਤਰ੍ਹਾਂ ਹੀ ਇਹਦਾ ਜਿਹੜਾ ਹੈਕਸਾਗੋਨਲ ਹੈਡ ਹੈਗਾ ਇੱਧਰ, ਉਹਦੀ ਜਿਹੜੀ ਮੋਟਾਈ ਹੈਗੀ ਆ, ਥਿਕਨੈਸ ਹੈਗੀ ਆ, ਉਹ ਵੀ ਨਾਨ ਫੰਕਸ਼ਨਲ ਡਾਇਮੈਂਸ਼ਨ ਹੈਗੀ ਆ। ਔਰ ਜਿਹੜਾ ਪੀਸ ਆਪਣਾ ਇਹਦਾ ਡਾਇਆਮੀਟਰ ਹੈਗਾ ਆ, ਸ਼ੋਲਡਰ ਦਾ ਡਾਇਆਮੀਟਰ ਹੈਗਾ ਉਹ ਫੰਕਸ਼ਨਲ ਹੈ, ਕਿਉਂਕਿ ਉਹਨੇ ਉਸ ਦੇ ਪੀਸ ਦੇ ਵਿੱਚ ਹੀ ਜਾ ਕੇ ਫਿੱਟ ਹੋਣਾ ਹੈਗਾ, ਉਹ ਫੰਕਸ਼ਨਲ ਡਾਇਮੈਂਸ਼ਨ ਹੋ ਗਈ। ਇਸ ਕਰਕੇ ਡਰਾਇੰਗ ਦੇ ਉੱਪਰ ਆਪਾਂ ਇਹਨੂੰ ਇੰਡੀਕੇਟ ਕਰ ਦਿੰਦੇ ਹੈਗੇ ਵੀ ਕੋਈ ਜਿਹੜੀ ਡਾਇਮੈਂਸ਼ਨ ਫੰਕਸ਼ਨਲ ਆ, ਕਿਹੜੀ ਡਾਇਮੈਂਸ਼ਨ ਨਾਨ ਫੰਕਸ਼ਨਲ ਹੈਗੀ ਆ। ਠੀਕ ਹੈ, ਅੱਗੇ ਆ ਗਿਆ ਕਰੈਕਟ ਐਂਡ ਇਨਕਰੈਕਟ ਡਾਇਮੈਂਸ਼ਨਸ। Dimensions must be placed where they will be most easily understood. They generally are attached to the view that show the contour of the feature in which they apply. The dimension shall be placed outside the view, never crowd the dimensions. देखो correct और incorrect दो objects ਦਿੱਤੇ ਗਏ ਇਹਦੇ ਵਿੱਚ। ਜਿਹੜੀ dimensions ਹੈਗੀ ਆ ਉਹ ਹਮੇਸ਼ਾ object ਦੇ ਅੰਦਰ ਨਹੀਂ ਦੇਣੀ ਚਾਹੀਦੀ, ਉਹਨੂੰ ਅੰਦਰ ਡਾਇਮੈਂਸ਼ਨ ਦੇਣ ਤੋਂ ਅਵੋਇਡ ਕਰਨਾ ਚਾਹੀਦਾ ਹੈ, ਔਰ ਹਮੇਸ਼ਾ ਡਾਇਮੈਂਸ਼ਨ ਜਿਹੜੀ ਹੈ ਉਹ ਆਬਜੈਕਟ ਦੇ ਬਾਹਰ ਹੀ ਦੇਣੀ ਚਾਹੀਦੀ ਹੈ। ਔਰ ਡਾਇਮੈਂਸ਼ਨ ਜਿਹੜੀ ਫਰਸਟ ਡਾਇਮੈਂਸ਼ਨ ਹੈਗੀ ਆ ਉਹ ਤੁਹਾਨੂੰ ਦੱਸਿਆ ਮੈਂ ਅੱਗੇ 10 ਤੋਂ 12 ਮਿਲੀਮੀਟਰ ਆਬਜੈਕਟ ਤੋਂ ਛੱਡ ਕੇ, ਤੇ ਉਸ ਤੋਂ ਨੈਕਸਟ ਜਿਹੜੀ ਡਾਇਮੈਂਸ਼ਨ ਹੈਗੀ ਆ ਉਹ 8 ਤੋਂ 10 ਮਿਲੀਮੀਟਰ ਦੇ ਡਿਸਟੈਂਸ ਤੇ ਪੈਰਲਲ ਦੇਣੀ ਹੈਗੀ ਹੈ। ਅੱਗੇ ਆ ਗਿਆ ਜੀ ਡਾਇਮੈਂਸ਼ਨਸ ਆਫ ਸਰਕਲ ਐਂਡ ਆਰਕਸ। सर्कल के आर्क्स ਨੂੰ ਆਪਾਂ ਵੀ किस तरह dimensions देनी है। Where space permits, dimension of diameter should be placed in or on the dimension line. Inside the circle, diameter is noted by symbol phi. ਜਿਹੜਾ ਸਰਕਲ ਦਾ ਡਾਇਮੀਟਰ ਹੈਗਾ ਉਹ phi ਦੇ ਨਾਲ ਦਰਸਾਇਆ ਜਾਂਦਾ ਹੈਗਾ, ਔਰ ਇਹ ਸਰਕਲ ਦੇ ਅੰਦਰ ਵੀ ਦਿੱਤਾ ਜਾ ਸਕਦਾ ਤੇ ਬਾਹਰ ਵੀ ਦਿੱਤਾ ਜਾ ਸਕਦਾ ਹੈ। ਔਰ ਇਹਦੇ ਵਿੱਚ ਵੀ ਇਹੀ ਹੈ, ਅਲਾਈਨ ਸਿਸਟਮ ਦੇ ਵਿੱਚ ਆਪਾਂ डायमीटर लगा के ਉਹਦੇ ਲਾਈਨ ਦੇ ਉੱਪਰ ਲਿਖਣਾ ਹੈ, ਔਰ ਯੂਨੀਡਾਇਰੈਕਸ਼ਨਲ ਸਿਸਟਮ ਦੇ ਵਿੱਚ ਡਾਇਮੀਟਰ ਲਾਈਨ ਜਿਹੜਾ ਡਾਇਮੀਟਰ ਦੀ ਲਾਈਨ ਲਗਾਈ ਹੈਗੀ ਡਾਇਮੈਂਸ਼ਨ ਲਾਈਨ, ਉਹਨੂੰ ਕੱਟ ਕੇ ਉਹਦੇ ਸੈਂਟਰ ਵਿੱਚ ਲਿਖਣਾ ਹੈ। ਇਹਨੂੰ ਆਪਾਂ ਸਰਕਲ ਦੇ ਅੰਦਰ ਵੀ ਦੇ ਸਕਦੇ ਹਾਂ ਤੇ ਸਰਕਲ ਤੋਂ ਬਾਹਰ ਵੀ ਦੇ ਸਕਦੇ ਹਾਂ ਡਾਇਮੈਂਸ਼ਨ ਸਰਕਲ ਦੀ। ਔਰ ਜ਼ਿਆਦਾ ਕਰਕੇ ਸਾਨੂੰ ਡਾਇਆ ਵਾਲੇ ਪਾਸੇ ਨਹੀਂ, ਇਹਦਾ ਜਿਹੜਾ ਸੈਕੰਡ ਵਿਊ ਹੁੰਦਾ ਆ ਉਹਦੇ ਵਿੱਚ ਸਾਨੂੰ ਡਾਇਆ ਦੀ ਡਾਇਮੈਂਸ਼ਨ ਦੇਣੀ ਜ਼ਿਆਦਾ ਪ੍ਰੈਫਰ ਕਰਦੇ ਹੈਗੇ। Radius is noted by R, where the center of a radius is dimensioned. A dot or cross should be placed at the intersection of the line which locates the center of the radius. Radius देने वास्ते सानू एक cross लगाया जाना चाहिए, जिथों आप मान लो R5 R6 है उत्थे आपां dot लगा के ते ओहदा radius देना है। Radius असीं अपने ऑब्जेक्ट के अंदर भी दे सकते हैं ते बाहर भी दे सकते हैं, जिथे सानू कन्वीनियंट लगे उत्थे आपां रेडियस देना है। नैक्सट है यूनिट्स ऑफ डायमेंशनिंग। देखो जी आप ड्राइंग कोई भी ड्राइंग बनानी है उन्होंने आप एक ही यूनिट में, जो यूनिट जो मिलीमीटर हो सकता है, सेंटीमीटर हो सकता है, या इंचेस हो सकते हैं। इन द एसआई सिस्टम लीनियर डायमेंशंस as far as possible are expressed in one unit only, preferably in millimeter. जो भी आड़ी मैकेनिकल ड्राइंग्स होंगी वो मिलीमीटर ਵਿੱਚ ਹੀ ਤਿਆਰ ਹੁੰਦੀਆਂ, ਇਸ ਕਰਕੇ ਉਹ ਇਹਦਾ ਮਿਲੀਮੀਟਰ ਵਿੱਚ ਹੀ ਆਪਾਂ ਲਿਖਦੇ ਹੈਗੇ। The symbol of the unit mm may be omitted provided a distinct note is on the drawing. All dimensions are in mm. देखो आ ड्राइंग हैगी एक बनी हुई, ਇਹਦੇ ਉੱਪਰ ਆਪਾਂ हर एक डायमेंशन के उपर मिलीमीटर नहीं लिखा गया, 40 हैगी 20 हैगी सेंटर 640 है, और ये वास्ते आप एक एक्स्ट्रा नोट दे देंगे हैं ऑल डायमेंशंस आर इन मिलीमीटर। जे आप कली डायमेंशन इस तरह आप यूनिट मैंशन करांगे तो वो ड्राइंग च बहुत ज़्यादा कन्फ्यूजन हो जाएगा, इस करके आप एक ही यूनिट डायमेंशन देखते हैं सारी ड्राइंग के। अगे आ गए इंपॉर्टेंट रूल्स while dimensioning. Dimensions should not be duplicated or the same information given in two different views. ਜਿਹੜੀ dimension ਹੈਗੀ ਆ ਉਹ ਜਿਹੜੀ
मान लो कि ड्राइंग 3 व्यू बनाया ਆਪਾਂ एलिवेशन प्लान साइड बनाया और एक डायमेंशन ਜਿਹੜੀ ਆ ਇੱਕ ਹੀ व्यू ਵਿੱਚ ਦੇਣੀ ਹੈ ਨਾ ਕਿ ਉਹਨੂੰ ਦੋ व्यू ਦੇ ਵਿੱਚ ਦੇਣੀ ਹੈ मान लो एलिवेशन 'ਚ ਆਪਾਂ ਹਾਈਟ ਦੇਤੀ ਤੇ ਸਾਈਡ 'ਚ ਹਾਈਟ ਲਿਖਣ ਦੀ ਜ਼ਰੂਰਤ ਨਹੀਂ ਹੈਗੀ ਔਰ ਡਾਇਮੈਂਸ਼ਨ ਉੱਥੇ ਹੀ ਦੇਣੀ ਚਾਹੀਦੀ ਜਿੱਥੇ व्यू ਜ਼ਿਆਦਾ ਕਲੀਅਰ ਹੈਗਾ ਸਾਡਾ ਜਿੱਥੇ ਸਾਨੂੰ ਉਸ ਦੀ ਜ਼ਿਆਦਾ ਜ਼ਰੂਰਤ ਹੈਗੀ ਹੈ ਜਿਸ ਤਰ੍ਹਾਂ ਲੰਬਾਈ ਚੌੜਾਈ ਉਚਾਈ ਲੰਬਾਈ ਹੈਗੀ ਹੈ ਤੇ ਚੌੜਾਈ ਹੈਗੀ ਹੈ ਲੰਬਾਈ ਤੇ ਉਚਾਈ ਜਿਹੜੀ ਸਾਨੂੰ ਐਲੀਵੇਸ਼ਨ ਵਿੱਚ ਹੀ ਸ਼ੋ ਕਰਨੀ ਚਾਹੀਦੀ ਹੈ ਨਾ ਕਿ ਸਾਈਡ ਵਿੱਚ ਉਹਦੀ ਹਾਈਟ ਦੇਣੀ ਚਾਹੀਦੀ dimension should be attached to the view that best shows the shape of the features to be dimensioned ਉਹੀ ਮੈਂ ਤੁਹਾਨੂੰ ਕਲੀਅਰ ਕਰਦਾ ਪਹਿਲੇ ਵੀ ਡਾਇਮੈਂਸ਼ਨ ਉੱਥੇ ਜਿਹੜੀ ਉਸੇ ਵਿਊ 'ਚ ਹੀ ਦੇਣੀ ਚਾਹੀਦੀ ਜਿੱਥੇ ਉਹ ਜ਼ਿਆਦਾ ਸਾਨੂੰ ਕਲੀਅਰ ਸ਼ੋ ਕਰੇ ਵੀ ਫੀਚਰਸ ਨੂੰ ਜ਼ਿਆਦਾ ਸ਼ੋ ਕਰੇ ਅਵੋਇਡ dimensioning to hidden lines whenever possible ਜਿਹੜੀ ਹਿਡਨ ਲਾਈਨਸ ਹੈਗੀਆਂ ਉਹਦੇ ਉੱਪਰ ਸਾਨੂੰ ਡਾਇਮੈਂਸ਼ਨਸ ਨਹੀਂ ਦੇਣੀ ਚਾਹੀਦੀ ਹਿਡਨ ਲਾਈਨਸ ਵੇਲੇ ਸਾਨੂੰ ਡਾਇਮੈਂਸ਼ਨਿੰਗ ਅਵੋਇਡ ਕਰਨੀ ਚਾਹੀਦੀ ਹੈ ਹਿਡਨ ਲਾਈਨਸ ਤੇ ਨੰਬਰ 4 overall dimensions should be placed the greatest distance away from the object so that intermediate dimensions cannot closer to the object to avoid crossing extension lines ਜਿਹੜੀ ओवरऑल डायमेंशन ਹੁੰਦੀ ਆ ਆਬਜੈਕਟ ਦੀ ਉਹ ਸਾਨੂੰ ਕਾਫੀ ਦੂਰ ਦੇਣੀ ਚਾਹੀਦੀ ਹੈ ਕਿ ਉਹ ਬਾਕੀ ਐਕਸਟੈਂਸ਼ਨ ਲਾਈਨਸ ਜਿਹੜੀਆਂ ਹੈਗੀਆਂ ਉਹਨਾਂ ਨੂੰ ओवरऑल डायमेंशन ਸਾਡੀ ਆ ਉਹ ਦੂਰ ਹੀ ਠੀਕ ਆ ਆਪਾਂ ਜੋ ਤੁਹਾਨੂੰ ਦੱਸਿਆ ਪਿਆ ਅੱਗੇ ਪੂਰਾ ਉਹਦੇ ਵਿੱਚ ਪਹਿਲੀ ਡਾਇਮੈਂਸ਼ਨ 10 ਤੋਂ 12 ਅੱਗੇ 8 ਤੋਂ 10 ਡਿਸਟੈਂਸ ਦੇ ਕੇ ਜਿੱਥੇ ਉਹ ਜਾ ਕੇ ਸੈੱਟ ਹੁੰਦੀ ਆ ਉੱਥੇ ਦੇਣੀ ਹੈ ਦੇਖੋ ਜਿਹੜੇ ਆਪਾਂ ਕਹਿ ਰਹੇ ਹਾਂ 10 ਤੋਂ 12 ਜਾਂ 8 ਤੋਂ 10 ਇਹ ਆਪਾਂ ਉਸ ਵੇਲੇ ਨਾਪ ਕੇ ਨਹੀਂ ਦੇਣੀ ਹੈਗੀ ਇਹ ਸਿਰਫ ਸਾਨੂੰ ਪ੍ਰੈਕਟਿਸ ਦੇ ਨਾਲ ਅਭਿਆਸ ਹੋ ਜਾਂਦਾ ਵੀ ਆਨੂੰ ਇੰਨਾ ਡਿਸਟੈਂਸ ਸਾਨੂੰ ਚਾਹੀਦਾ ਔਰ ਡਾਇਮੈਂਸ਼ਨ ਇੱਥੇ ਹੀ ਚੰਗੀ ਲੱਗਦੀ ਲਿਖੀ ਪਈ ਨੰਬਰ 5 A dimension should be attached to only one view that is extension lines should not connect two views देखो elevation और side दो view बने हुए हैं और ਆਪਾਂ ਇਹ ਨਹੀਂ ਕਰਨਾ ਵੀ ਅਸੀਂ ਇੱਕ view ਤੋਂ extension line ਖਿੱਚੀ ਤੇ ਦੂਜੇ view ਦੇ ਨਾਲ ਜਾ ਕੇ ਟੱਚ ਕਰ ਦਈਏ ਉਹ ਇਸ ਤਰ੍ਹਾਂ ਜਿਹੜੀ ਆ ਉਹ ਗਲਤ ਹੈਗਾ ਆਪਾਂ ਇੱਕ view ਨਾਲ ਹੀ ਉਹਦੀ dimension ਦੇਣੀ ਹੈਗੀ ਆ extension line ਦੀ ਤੇ ਨੈਕਸਟ view ਵਾਸਤੇ ਆਪਾਂ ਉਹਦੇ ਦੂਸਰੇ ਪਾਸੇ ਵੀ dimension ਦੇ ਸਕਦੇ ਹਾਂ ਜੇ ਸਾਨੂੰ ਜ਼ਰੂਰਤ ਹੈ extension line ਦੀ ਤੇ ਦੂਜੇ ਪਾਸੇ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ ਇਕੱਠਾ ਨਹੀਂ ਕਰਨਾ ਹੈਗਾ ਦੋਨੇ ਐਕਸਟੈਂਸ਼ਨ ਲਾਈਨਸ ਨੂੰ ਐਲੀਵੇਸ਼ਨ ਔਰ ਸਾਈਡ ਨੂੰ ਨੈਵਰ ਕ੍ਰਾਸ ਡਾਇਮੈਂਸ਼ਨ ਲਾਈਨਸ ਜਿਹੜੀਆਂ ਡਾਇਮੈਂਸ਼ਨ ਲਾਈਨਸ ਹੈਗੀਆਂ ਉਹਨਾਂ ਨੂੰ ਆਪਸ ਦੇ ਵਿੱਚ ਕ੍ਰਾਸ ਨਹੀਂ ਕਰਨਾ ਚਾਹੀਦਾ ਔਰ ਜੇ ਸਾਨੂੰ ਲੋਡ ਵੀ ਪਵੇ ਤੇ ਅਸੀਂ ਉੱਥੋਂ ਦੀ ਥੋੜੀ ਜਗ੍ਹਾ ਛੱਡ ਦੇਣੀ ਹੈਗੀ ਹੈ ਐਕਸਟੈਂਸ਼ਨ ਲਾਈਨ ਜਦੋਂ ਜੇ ਸਾਨੂੰ ਕ੍ਰਾਸ ਕਰਨੀ ਪਵੇ ਤੇ ਅਸੀਂ ਡਾਇਮੈਂਸ਼ਨ ਲਾਈਨ ਤੋਂ ਐਕਸਟੈਂਸ਼ਨ ਲਾਈਨ ਜਿਹੜੀ ਆ ਉਹਨੂੰ ਥੋੜਾ ਕੱਟ ਕਰਕੇ ਅਸੀਂ ਡਾਇਮੈਂਸ਼ਨ ਅੱਗੇ ਲੈ ਜਾਂਦੇ ਹੈਗੇ ਐਕਸਟੈਂਸ਼ਨ ਲਾਈਨ ਨੂੰ ਨੈਕਸਟ ਹੈ ਕਿ ਅਵੋਇਡ ਕ੍ਰਾਸਿੰਗ ਐਕਸਟੈਂਸ਼ਨ ਲਾਈਨਸ ਵੈਨ ਪੋਸੀਬਲ ਉਹ ਐਕਸਟੈਂਸ਼ਨ ਲਾਈਨ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਸ ਨਹੀਂ ਕੱਟਣਾ ਚਾਹੀਦਾ ਅਵੋਇਡ ਕਰਨਾ ਚਾਹੀਦਾ ਜੇ ਜ਼ਰੂਰਤ ਪਵੇ ਤੇ ਅਸੀਂ ਉੱਥੋਂ ਦੀ ਥੋੜਾ ਡਿਸਟੈਂਸ ਦੇ ਦਿੰਦਾ ਹੈਗਾ ਇਸ ਤਰ੍ਹਾਂ ਹੀ ਲੀਡਰ ਲਗਾਉਣ ਵਾਸਤੇ ਵੀ ਅਗਰ ਰਸਤੇ ਵਿੱਚ ਕੋਈ ਆਬਜੈਕਟ ਲਾਈਨ ਜਾਂ ਐਕਸਟੈਂਸ਼ਨ ਲਾਈਨ ਆਉਂਦੀ ਆ ਆਪਾਂ ਲੀਡਰ ਨੂੰ ਥੋੜਾ ਬ੍ਰੇਕ ਕਰਕੇ ਬਾਹਰ ਤੱਕ ਲੈ ਜਾਈਦਾ ਇਹ ਸੈਂਟਰ ਲਾਈਨ may be extended and used as an extension line ਜਿਹੜੀ ਸੈਂਟਰ ਲਾਈਨ ਹੈਗੀ ਆ ਉਹਨੂੰ ਅਸੀਂ ਐਕਸਟੈਂਸ਼ਨ ਲਾਈਨ ਦੇ ਤੌਰ ਤੇ ਵਧਾ ਕੇ ਯੂਜ਼ ਕਰ ਸਕਦੇ ਹੈਗੇ ਲੀਡਰ ਸ਼ੁੱਡ ਸਲੋਪ ਐਟ 30 45 ਔਰ 60 ਡਿਗਰੀ ਐਂਗਲ ਜਿਹੜੇ ਲੀਡਰਸ ਹੈਗੇ ਆ ਉਹ 30 ਡਿਗਰੀ ਤੋਂ ਲੈ ਕੇ 60 ਡਿਗਰੀ ਦੇ ਵਿੱਚ ਕਿਤੇ ਵੀ ਲਗਾਏ ਜਾ ਸਕਦੇ ਆ Dimension numbers should be centered between arrowheads and dimensions should be placed above the dimension line. ਜਿਹੜੀ dimension number ਹੈਗਾ ਉਹ dimension line ਦੇ center ਵਿੱਚ ਹੀ ਲੱਗਣੇ ਚਾਹੀਦੇ ਹੈਗੇ ਆ ਲਿਖਣੀ ਚਾਹੀਦੀ numerical value ਉਹਦੀ ਤੇ dimension line ਦੇ ਉੱਪਰ ਲਿਖਣੀ ਚਾਹੀਦੀ ਹੈ in aligned system and break the dimension line in unidirectional system. In general, a circle is dimensioned by its diameter and arc by its radius. ਜਿਹੜਾ circle ਆ ਦੀ dimension ਹੈਗੀ ਉਹ diameter ਦੇ ਨਾਲ ਦੇਣੀ ਚਾਹੀਦੀ ਹੈ ਔਰ ਜੋ radius ਹੈ ਉਸ ਦੀ dimension radius ਦੇ ਨਾਲ ਦੇਣੀ ਚਾਹੀਦੀ ਹੈ holes should be located by their center lines. ਜਿਹੜੇ holes ਹੈਗੇ ਆ ਉਹ ਆਪਾਂ ਜਦੋਂ ਲਗਾਉਂਦੇ ਆ ਉਹ ਤੋਂ holes ਲਗਾਉਣ ਤੋਂ ਪਹਿਲੇ ਸਭ ਤੋਂ ਜ਼ਰੂਰੀ ਹੈ ਉਹਦੀ center line ਲਗਾਉਣੀ ਜ਼ਰੂਰੀ ਹੈ ਤਦ ਹੀ ਹੋਲ ਲਗਾਉਣਾ ਚਾਹੀਦਾ ਹੈ ਸੈਂਟਰ ਲਾਈਨ ਤੋਂ ਬਿਨਾਂ ਜਿਹੜਾ ਹੋਲ ਆ ਉਹ ਨਹੀਂ ਲਗਾਉਣਾ ਚਾਹੀਦਾ
Extension line start approximately 1.5 mm from the object and extend 3 mm past the dimension line. ਜਿਹੜਾ ਸਾਡੀ extension line ਹੈਗੀ ਹੈ ਉਹ 1.5 mm object ਤੋਂ ਸ਼ੁਰੂ ਕਰਨੀ ਚਾਹੀਦੀ ਹੈ ਛੱਡ ਕੇ ਔਰ 3 mm ਅੱਗੇ ਤੱਕ ਤੋਂ arrowhead ਤੋਂ ਬਾਹਰ ਤੱਕ ਲਗਾਣੀ ਚਾਹੀਦੀ ਹੈ extension line. The first dimension is approximately 12 mm from the object and each associated dimensions spaced uniformly approximately 8 to 10 mm. ये मैं ਤੁਹਾਨੂੰ ਦੱਸਦਾ ਕਿ ਵੀ ਫਸਟ ਡਾਈਮੈਂਸ਼ਨ ਜਿਹੜੀ ਆਬਜੈਕਟ ਤੋਂ 12 mm ਛੱਡ ਕੇ ਦੇਣੀ ਹੈ ਔਰ ਨੈਕਸਟ ਜਿਹੜੀਆਂ ਡਾਈਮੈਂਸ਼ਨਸ ਹੈਗੀਆਂ ਉਹ 8 ਤੋਂ 10 mm ਛੱਡ ਕੇ ਦੇਣੀਆਂ ਹੈਗੀਆਂ। ਨੈਕਸਟ ਹੈਗਾ ਅਵੋਇਡ ਹੈਸ਼ ਏਰੀਆ ਵਾਈਲ ਡਾਈਮੈਂਸ਼ਨਿੰਗ। ਜਿੱਥੇ ਆਪਾਂ ਹੈਚਿੰਗ ਕੀਤੀ ਹੈਗੀ ਹੈ ਸੈਕਸ਼ਨ ਕੀਤਾ ਹੋਇਆ ਅਗਰ ਉਹ ਸਾਨੂੰ ਡਾਈਮੈਂਸ਼ਨ ਦੀ ਜ਼ਰੂਰਤ ਪੈਂਦੀ ਹੈ ਤੇ ਸਾਨੂੰ ਉਸ ਜਗ੍ਹਾ ਤੇ ਸੈਕਸ਼ਨ ਲਾਈਨਸ ਜਿਹੜੀਆਂ ਉਹ omit ਕਰ ਦੇਣੀ ਚਾਹੀਦੀਆਂ ਮਿਟਾ ਦੇਣੀ ਚਾਹੀਦੀਆਂ ਉਹ ਨਹੀਂ ਲਗਾਣੀ ਚਾਹੀਦੀ। ਠੀਕ ਹੈ ਅੱਗੇ ਇਹ ਸੀ ਅੱਜ ਦੀ ਮੇਰਾ ਟੌਪਿਕ ਥਿਊਰੀ ਆਫ ਕੋਆਰਡੀਨੇਟ ਡਾਈਮੈਂਸ਼ਨਿੰਗ। ਜੇ ਕਿਸੇ ਦੀ ਕੋਈ ਕੁਐਸਚਨ ਹੈ ਤੇ ਉਹ ਪੁੱਛ ਸਕਦਾ ਹੈ। हेलो 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 सर हेलो हेलो सर हाँ जी हाँ जी हेलो 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 सर जी एक बार एक्सटेंशन लाइन समझाओ। एक्सटेंशन लाइन एक्सटेंशन लाइन होगी है ये ऑब्जेक्ट ਤੋਂ 1.5 ਮਿਲੀਮੀਟਰ ਛੱਡ ਕੇ ਲਗਾਈ ਜਾਂਦੀ ਹੈ ਔਰ ਇਹ ਥਿਨ ਲਾਈਨ ਹੈਗੀ ਹੈ ਔਰ ਇਹ ਐਰੋਹੈਡ ਤੋਂ ਵੀ ਅੱਗੇ 3 ਮਿਲੀਮੀਟਰ ਵਧਾਈ ਜਾਂਦੀ ਹੈ ਔਰ ਇਸ ਦੇ ਨਾਲ ਹੀ ਸਾਡਾ Hello, ਐਰੋਹੈਡ। sir. नमस्ते Good morning, sir. गुड मॉर्निंग एनी मोर जो नहीं समझ में आया तुम पूछो। हेलो 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 हाँ जी हेलो राजवीर हेलो हेलो सर, आवाज नहीं आ रही। हेलो हेलो आवाज आ रही। हे राजवीर हेलो नमस्ते हेलो 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 ऐसे हेलो 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 राजवीर हेलो हाँ हेलो 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 प्रगट सर। हाँ जी सर सर मेरा जस्ट द टाइम सेंड कर सकते हो। अच्छा जी हाँ जी और कोई क्वेश्चन किसी का? ठीक है जी थैंक यू सर थैंक यू। ओके सर थैंक यू जी ओके